ਬਿਸਮਿਲ੍ਲਾ ਰਹਿਮਾਨ ਰਹੀਮ। ਗੱਲ ਇਹ ਵੇ ਕਿ ਮੀਆਂ ਨਵਾਜ਼ ਸ਼ਰੀਫ ਜਿਹੜੇ ਨੇ ਉਹਨਾਂ ਨੇ ਤੈਅ ਕਰ ਲਿਆ ਹੈ ਕਿ ਹੁਣ ਉਹ ਹੁਕੂਮਤ ਆਪ ਸੰਭਾਲਣਗੇ। ਇਹ ਗੱਲ ਇੱਕ ਹੈ, ਲੇਕਿਨ ਇਸ ਗੱਲ ਦੇ ਪਿੱਛੇ ਕਈ ਗੱਲਾਂ ਹੋਰ ਨੇ। ਗੱਲ ਦਾ ਆਗਾਜ਼ ਇੰਝ ਹੋਇਆ ਕਿ ਇੱਕ ਗਰੁੱਪ ਹੈ ਮੁਸਲਿਮ ਲੀਗ ਨੂਨ ਦੇ ਅੰਦਰ, ਰਾਣਾ ਸਨਾਉੱਲਾ, ਜਵੇਦ ਲਤੀਫ, ਸਾਦਰ ਰਫੀਕ ਅਤੇ ਕੁਝ ਹੋਰ ਲੋਕ ਜਿਹੜੇ ਮੁਸਲਸਲ ਇਹ ਕਹਿ ਰਹੇ ਨੇ ਕਿ ਸ਼ਹਬਾਜ਼ ਸ਼ਰੀਫ ਸਾਹਿਬ ਨੇ ਗਵਰਨਮੈਂਟ ਦੇ ਨਾਲ ਜਾਂ ਐਸਟੈਬਲਿਸ਼ਮੈਂਟ ਦੇ ਨਾਲ ਹੱਥ ਮਿਲਾ ਕੇ ਠੀਕ ਨਹੀਂ ਕੀਤਾ। ਮੈਂ ਗਵਰਨਮੈਂਟ ਅਤੇ ਐਸਟੈਬਲਿਸ਼ਮੈਂਟ ਨੂੰ ਇਕੱਠਾ ਵਰਤ ਗਿਆ। ਉਹਦੀ ਵਜ੍ਹਾ ਇਹੋ ਹੀ ਹੈ ਕਿ ਜਿਹੜੀ ਗਵਰਨਮੈਂਟ ਹੈ ਇਹੋ ਹੀ ਐਸਟੈਬਲਿਸ਼ਮੈਂਟ ਹੈ, ਅਤੇ ਇਹ ਕਿਵੇਂ ਤਬਦੀਲੀ ਆਏਗੀ ਇਹਦੇ ਬਾਰੇ ਅਸੀਂ ਕੁਝ ਵੇਖ ਲੈਂਦੇ ਹਾਂ। ਮਤਲਬ ਨਵਾਜ਼ ਸ਼ਰੀਫ ਸਾਹਿਬ ਜਿਹੜੇ ਨੇ ਉਹ ਆਪਣੇ ਨਵਾਸੇ ਦੇ ਨਾਲ ਚੀਨ ਦੇ ਦੌਰੇ 'ਤੇ ਸਨ, ਔਰ ਚੀਨ ਦੇ ਵਿੱਚ ਉਹ ਕੀ ਕਰ ਰਹੇ ਨੇ, ਉਹ ਕਮਿਊਨਿਸਟ ਪਾਰਟੀ ਦੇ ਮੁਖਤਲਿਫ ਜਿਹੜੇ ਪ੍ਰੋਜੈਕਟ ਨੇ ਉਹ ਦੇਖ ਰਹੇ ਨੇ, ਸਰਮਾਇਆਕਾਰੀ ਦੇ ਜਿਹੜੇ ਪ੍ਰੋਜੈਕਟ ਨੇ ਉਹ ਦੇਖ ਰਹੇ ਨੇ, ਔਰ ਸੁਣਨ 'ਚ ਇਹ ਆਇਆ ਕਿ ਕੋਸ਼ਿਸ਼ ਕਰਨ ਡਏ ਨੇ ਕਿ ਚੀਨੀ ਸਰਮਾਇਆਕਾਰਾਂ ਦੇ ਨਾਲ ਰਾਬਤਾ ਕੀਤਾ ਜਾਵੇ ਔਰ ਇਹ ਸਰਮਾਇਆਕਾਰਾਂ ਨੂੰ ਰਾਗਬ ਕੀਤਾ ਜਾਵੇ ਕਿ ਪਾਕਿਸਤਾਨ ਦੇ ਵਿੱਚ ਆ ਕੇ ਮੁਖਤਲਿਫ ਪ੍ਰੋਜੈਕਟਸ ਦੇ ਵਿੱਚ ਉਹ ਇਨਵੈਸਟਮੈਂਟ ਕਰਨ। ਇਹ ਉਹਨਾਂ ਦਾ ਕੰਮ। ਦੂਸਰੇ ਪਾਸੇ ਇਹ ਜਿਹੜੇ ਲੋਕਾਂ ਦਾ ਮੈਂ ਨਾਂ ਲਿਆ, ਮੀਆਂ ਨਵਾਜ਼ ਸ਼ਰੀਫ ਦੇ ਜਿਹੜੇ ਕਰੀਬੀ ਲੋਕ ਨੇ, ਉਹਨਾਂ ਦਾ ਇਹ ਖਿਆਲ ਹੈ ਕਿ ਸ਼ਹਬਾਜ਼ ਸ਼ਰੀਫ ਨੇ ਐਸਟੈਬਲਿਸ਼ਮੈਂਟ ਦੇ ਨਾਲ ਮਿਲ ਕੇ ਜੋ ਪਲਾਨ ਕੀਤਾ ਉਹਦੀ ਵਜ੍ਹਾ ਨਾਲ ਪਾਰਟੀ ਨੂੰ ਸਿਆਸੀ ਤੌਰ 'ਤੇ ਨੁਕਸਾਨ ਹੋਇਆ। ਇਸ ਨੁਕਸਾਨ ਦਾ ਅਜ਼ਾਲਾ ਕਿਵੇਂ ਹੋ ਸਕਦਾ ਹੈ? ਇਹ ਹਕੂਮਤ ਤਾਂ ਮਿਲ ਗਈ, ਲੇਕਿਨ ਹਕੂਮਤ ਨੂੰ ਮਕਬੂਲੀਅਤ ਨਹੀਂ ਮਿਲੀ, ਔਰ ਅਗਲਾ ਇਲੈਕਸ਼ਨ ਜਿਹੜਾ ਹੈ ਉਹ ਕਿਸੇ ਵੀ ਵੇਲੇ ਹੋ ਸਕਦਾ ਹੈ। ਅਗਰ ਪੂਰੀ ਮੁੱਦਤ ਤੋਂ ਬਾਅਦ ਵੀ ਹੋਵੇ ਅਤੇ ਜੇ ਉਹ ਸੂਰਤ ਹਾਲ ਨਜ਼ਰ ਆ ਰਹੀ, ਉਹਦੇ ਵਿੱਚ ਮੁਸਲਿਮ ਲੀਗ ਨੂਨ ਵਾਸਤੇ ਦੁਬਾਰਾ ਇਕਤਦਾਰ ਹਾਸਿਲ ਕਰਨਾ ਫੇਅਰ ਇਲੈਕਸ਼ਨ ਦੇ ਜ਼ਰੀਏ ਨਾਮੁਮਕਿਨ ਹੈ। ਇਹੋ ਹੀ ਇਹਨਾਂ ਨੂੰ ਡਰ ਹੈ। ਇਹ ਕਹਿੰਦੇ ਨੇ ਕਿ ਅਸੀਂ ਹਮੇਸ਼ਾ ਲਈ ਜਿਹੜਾ ਸਟੈਂਡ ਰੱਖਿਆ ਕਿ ਐਂਟੀ ਐਸਟੈਬਲਿਸ਼ਮੈਂਟ ਹੈਗੇ ਆ, ਜਮਹੂਰੀ ਪਾਰਟੀ ਹੈ, ਇਸ ਹਕੂਮਤ ਲੈਣ ਦੇ ਵਿੱਚ ਸਾਡਾ ਸਾਰਾ ਜਿਹੜਾ ਸਟੈਂਡ ਹੈ ਔਰ ਸਾਖ ਹੈ ਉਹ ਤਬਾਹ ਹੋ ਗਈ, ਔਰ ਉਹਨੂੰ ਹੁਣ ਜ਼ਿੰਦਾ ਕਰਨ ਦੀ ਲੋੜ ਹੈ। ਔਰ ਮੀਆਂ ਨਵਾਜ਼ ਸ਼ਰੀਫ ਜਿਹੜੇ ਨੇ ਇਹ ਇਸ ਜ਼ਿੰਦਾ ਕਰਨ ਵਾਸਤੇ ਸਟੈਂਡ ਨੂੰ ਉਹ ਕੀ ਮੌਕਫ ਇਖਤਿਆਰ ਕਰਨਗੇ? ਕਿ ਉਹ ਇਹ ਦੱਸਣਗੇ ਕਿ ਮੈਂ ਐਂਟੀ ਐਸਟੈਬਲਿਸ਼ਮੈਂਟ ਹਾਂ? ਕਿ ਉਹ ਕੋਈ ਸਰਮਾਇਆਕਾਰੀ ਦਾ ਬਿਆਨੀਆਂ ਬਣਾਉਣਗੇ? ਜਾਂ ਫਿਰ ਉਹ ਇੱਥੋਂ ਦੇ ਲੋਕਾਂ ਦੇ ਮਸਾਇਲ ਦਾ ਕੋਈ ਹੱਲ ਤਰੱਕੀ ਦੀ ਸ਼ਕਲ ਦੇ ਵਿੱਚ ਦੱਸਣਗੇ? ਉਹਨਾਂ ਕੋਲ ਆਖਰ ਬਿਆਨੀਆਂ ਕੀ ਹੋਵੇਗਾ? ਗਵਰਨਮੈਂਟ ਦੇ ਲੋਕ ਇਹੋ ਹੀ ਹੋਣਗੇ, ਉੱਤੇ ਲੀਡਰਸ਼ਿਪ ਬਦਲੇਗੀ ਅਤੇ ਫਰਕ ਕੀ ਪਵੇਗਾ? ਸਾਡੇ ਜ਼ਿਹਨਾਂ 'ਚ ਸਵਾਲ ਇਹ ਆਉਂਦਾ। ਫਰਕ ਇਹ ਆਵੇਗਾ ਕਿ ਨਵਾਜ਼ ਸ਼ਰੀਫ ਸਾਹਿਬ ਮਜ਼ਾਹਮਤ ਦੀ ਇੱਕ ਬਿਆਨੀਆਂ ਜਿਹੜਾ ਹੈ ਉਹ ਬਣਾਉਣ ਦੀ ਕੋਸ਼ਿਸ਼ ਕਰਨਗੇ। ਉਹ ਦੱਸਣਗੇ ਕਿ ਸਾਡੇ ਵਾਸਤੇ ਮਜਬੂਰੀ ਸੀ, ਔਰ ਸ਼ਹਬਾਜ਼ ਸ਼ਰੀਫ ਸਾਹਿਬ ਦੇ ਉੱਤੇ ਮਲਬਾ ਪਾਉਣਗੇ ਕਿ ਉਹਨਾਂ ਨੇ ਇਹ ਕੰਮ ਕਰ ਦਿੱਤਾ ਅਤੇ ਹੁਣ ਅਸੀਂ ਕੋਈ ਗੱਲ ਨਹੀਂ ਕਿ ਮੰਨਣੀ ਐਸਟੈਬਲਿਸ਼ਮੈਂਟ ਦੀ। ਔਰ ਫਿਰ ਹੋ ਸਕਦਾ ਹੈ ਕਿ ਸਾਨੂੰ ਇੱਕ ਨਾਟਕ ਵੀ ਮਿਲੇ ਵੇਖਣ ਨੂੰ ਕਿ ਜਿਹਦੇ ਵਿੱਚ ਇੱਕ ਜਾਲੀ ਜਿਹੀ ਲੜਾਈ ਹੋਵੇ ਐਸਟੈਬਲਿਸ਼ਮੈਂਟ ਔਰ ਨੂਨ ਲੀਗ ਦੀ, ਔਰ ਉਹ ਫਿਰ ਸਿਆਸੀ ਸਾਖ ਬਹਾਲ ਕਰਨ ਦੀ ਇੱਕ ਕੋਸ਼ਿਸ਼ ਕੀਤੀ ਜਾਵੇ। ਇਹ ਵੀ ਸਾਨੂੰ ਨਜ਼ਰ ਆ ਰਿਹਾ। ਫਿਰ ਉਹ ਬੀਬੇ ਬੱਚੇ ਬਣਨ ਵਾਸਤੇ ਹੋ ਸਕਦਾ ਹੈ ਕਿ ਕੋਸ਼ਿਸ਼ ਕਰਨ ਕਿ ਇਮਰਾਨ ਖਾਨ ਨੂੰ ਰਿਹਾਅ ਕਰਤਾ ਜਾਵੇ, ਉਹਨਾਂ ਦੇ ਸਾਥੀਆਂ ਦੇ ਉੱਤੇ ਜਿਹੜੇ ਮੁਕੱਦਮੇ ਨੇ ਉਹ ਨਜਾਇਜ਼ ਮੁਕੱਦਮੇ ਉਹ ਖ਼ਤਮ ਕਰਨ ਦੀ ਕੀਤੀ ਜਾਵੇ ਕੋਸ਼ਿਸ਼। ਇਹਦੇ ਵਿੱਚ ਪੈਗਾਮ ਦਿੱਤਾ ਜਾਵੇ ਕਿ ਵੇਖੋ ਜੀ, ਅਸੀਂ ਤਾਂ ਸੁਲ੍ਹਾ ਵਾਸਤੇ ਤਿਆਰ ਹਾਂ, ਅਸੀਂ ਜਿਹੜੀ ਪਿਛਲੀ ਐਸਟੈਬਲਿਸ਼ਮੈਂਟ ਨੇ ਜੋ ਗਲਤੀਆਂ ਕੀਤੀਆਂ ਸੀ ਸਿਆਸੀ ਕਾਰਕੁਨਾਂ ਨੂੰ ਦਬਾਉਣ ਵਾਸਤੇ, ਅਸੀਂ ਤਾਂ ਉਹ ਠੀਕ ਕਰਨ ਡਏ। ਅਤੇ ਇਹ ਜੋ ਆਮ ਲੋਕਾਂ ਦੇ ਵਿੱਚ ਇੱਕ ਹਮਦਰਦੀ ਦਾ ਥੋੜ੍ਹਾ ਜਿਹਾ ਆਪਣੀ ਜਿਹੜੀ ਸਤ੍ਹਾ ਹੈ ਉਹਨੂੰ ਵਧਾਉਣ ਦੀ ਕੋਸ਼ਿਸ਼ ਕਰਨ। ਇਹ ਪਿਛਲੇ ਦਿਨਾਂ 'ਚ ਹੋਇਆ ਕਿ ਮੀਆਂ ਨਵਾਜ਼ ਸ਼ਰੀਫ ਨੇ ਆਖਰ ਇਹ ਫੈਸਲਾ ਕਿਉਂ ਕੀਤਾ ਹੈ? ਇਹਦੀ ਇੱਕ ਵਜ੍ਹਾ, ਜਦੋਂ ਇਲੈਕਸ਼ਨ ਦੇ ਰਿਜ਼ਲਟ ਹਾਲੇ ਨਹੀਂ ਸੀ ਆਏ, ਬਲਕਿ ਪੋਲਿੰਗ ਨਹੀਂ ਸੀ ਹੋਈ, ਅਤੇ ਕਿਸੇ ਨੇ ਉਹਨਾਂ ਕੋਲੋਂ ਪੁੱਛਿਆ ਕਿ ਮੀਆਂ ਸਾਹਿਬ ਅਗਲੀ ਗਵਰਨਮੈਂਟ ਅਗਰ ਮਖਲੂਤ ਆਉਂਦੀ ਤਾਂ ਤੁਹਾਡਾ ਕੀ ਖਿਆਲ ਹੈ? ਅਤੇ ਉਹਨਾਂ ਕਿਹਾ ਸੀ ਤੋਬਾ ਕਰ ਯਾਰ, ਤੋਬਾ ਕਰ। ਯਾਨੀ ਉਹ ਚਾਹੁੰਦੇ ਨਹੀਂ ਸੀ ਕਿ ਕਿਸੇ ਦੇ ਨਾਲ ਮਿਲ ਕੇ ਹਕੂਮਤ ਬਣਾਉਣਾ। ਉਹਨਾਂ ਨੇ ਜਿੱਥੇ ਸਿਫਾਰਿਸ਼ ਕਰਨੀ ਸੀ ਜਾਂ ਮੁਤਾਲਬਾ ਕਰਨਾ ਸੀ, ਉਹਨਾਂ ਨੇ ਉਹ ਵੀ ਕੀਤਾ ਕਿ 2/3 ਅਕਸਰੀਅਤ ਚਾਹੀਦੀ। ਲੇਕਿਨ ਆਮ ਲੋਕਾਂ ਨੇ ਇਲੈਕਸ਼ਨ ਦੇ ਵਿੱਚ ਇਸ ਤਰ੍ਹਾਂ 2/3 ਅਕਸਰੀਅਤ ਕੀ ਦੇਣੀ ਸੀ, ਸਾਦਾ ਅਕਸਰੀਅਤ ਵੀ ਨਾ ਦਿੱਤੀ ਉਹਨਾਂ ਨੂੰ। ਅਤੇ ਉਸ ਤੋਂ ਬਾਅਦ ਸਾਨੂੰ ਇੱਕ ਤਬਦੀਲੀ ਮਿਲੀ ਇਲੈਕਸ਼ਨ ਮੈਨੇਜਮੈਂਟ ਦੀ ਸੀ। ਇਲੈਕਸ਼ਨ ਮੈਨੇਜਮੈਂਟ ਦੀ ਹਾਲਤ ਇਹ ਵੇ ਕਿ ਆਮ ਇਲੈਕਸ਼ਨ ਦੇ ਵਿੱਚ ਮੁਸਲਿਮ ਲੀਗ ਨੂਨ ਨੂੰ 75 ਸੀਟਾਂ ਮਿਲੀਆਂ ਸੀ, ਅਤੇ ਹੁਣ ਉਹਦੀਆਂ ਸੀਟਾਂ ਦੀ ਤਾਦਾਦ ਜਿਹੜੀ ਉਹ 125 ਹੈ। ਇਸੇ ਤਰ੍ਹਾਂ ਜਿਹੜੀ ਪੀਪਲਜ਼ ਪਾਰਟੀ ਹੈ ਉਹਨੂੰ ਆਮ ਇਲੈਕਸ਼ਨਾਂ ਦੇ ਵਿੱਚ 54 ਸੀਟਾਂ ਕੌਮੀ ਅਸੈਂਬਲੀ ਦੀਆਂ ਮਿਲੀਆਂ ਸੀ, ਅਤੇ ਹੁਣ ਉਹਦੀ ਕੌਮੀ ਅਸੈਂਬਲੀ 'ਚ ਨਸ਼ਿਸਤਾਂ ਹੈਗੀਆਂ ਨੇ 73। ਸੁੰਨੀ ਇਤਿਹਾਦ ਜਾਂ ਪਾਕਿਸਤਾਨ ਤਹਿਰੀਕ ਇਨਸਾਫ ਦੇ ਜਿਹੜੇ ਸਰਪ੍ਰਸਤੀ ਦੇ ਵਿੱਚ ਜਿਹੜੇ ਮੈਂਬਰ ਸਨ,
ਉਹਨਾਂ ਦੀ ਤਾਦਾਦ ਆਮ ਇਲੈਕਸ਼ਨਸ ਦੇ ਵਿੱਚ ਹੈਗੀ ਸੀ 93 ਔਰ ਉਹ ਹੁਣ ਵੀ 93। ਬਲਕਿ ਇਹ ਡਰ ਆਪਣੀ ਜਗ੍ਹਾ ਤੇ ਮੌਜੂਦ ਹੈ ਕਿ ਕਿਸੇ ਦਿਨ ਕਿਸੇ ਹਲਕੇ ਦੇ ਵਿੱਚ ਇਲੈਕਸ਼ਨ ਦੇ ਨਤੀਜੇ ਦੀ ਗਿਣਤੀ ਦੁਬਾਰਾ ਹੋਵੇ ਵੋਟਾਂ ਦੀ, ਤੇ ਫਿਰ ਇੱਕ ਦੋ ਹੋਰ ਸੀਟਾਂ ਇਹਨਾਂ ਦੀਆਂ ਨਿਕਲ ਜਾਣ। ਸੋ ਤਹਿਰੀਕੇ ਇਨਸਾਫ ਦੇ ਜਿਹੜੇ ਮੈਂਬਰ ਨੇ ਉਹਨਾਂ ਦੀਆਂ ਸੀਟਾਂ ਨਹੀਂ ਵਧੀਆਂ, ਲੇਕਿਨ ਮੁਸਲਿਮ ਲੀਗ ਨੂਨ ਔਰ ਪਾਕਿਸਤਾਨ ਪੀਪਲਸ ਪਾਰਟੀ ਜਿਹੜੀ ਇਹਦੀਆਂ ਸੀਟਾਂ ਵਧੀਆਂ, ਮਖਸੂਸ ਨਸ਼ਿਸਤਾਂ ਵੀ ਵਧੀਆਂ, ਜ਼ਿਮਨੀ ਇਲੈਕਸ਼ਨ ਦੇ ਵਿੱਚ ਵੀ ਇਹਨਾਂ ਦੇ ਲੋਕ ਜਿੱਤ ਕੇ ਆਏ। ਇਹਦੇ ਨਾਲ ਮੀਆਂ ਨਵਾਜ਼ ਸ਼ਰੀਫ ਨੂੰ ਇੱਕ ਆਸਰਾ ਹੋ ਗਿਆ। ਉਹ ਜਿਹੜਾ ਚਾਹੁੰਦੇ ਸੀ ਨਾ ਕਿ 2/3 ਅਕਸਰੀਅਤ ਤਾਂ ਖੈਰ ਉਹਨਾਂ ਨੂੰ ਸ਼ਾਇਦ ਨਾ ਮਿਲੇ ਹਾਲੇ ਵੀ, ਲੇਕਿਨ ਉਹ ਆਪਣੇ ਆਪ ਨੂੰ ਮਹਿਫੂਜ਼ ਸਮਝਣ ਲੱਗ ਪਏ ਨੇ। ਉਹ ਸਮਝਣ ਲੱਗ ਪਏ ਨੇ ਕਿ ਹੁਣ ਮੈਂ ਅਗਰ ਹੁਕੂਮਤ ਸੰਭਾਲਾਂ ਤੇ ਮੈਂ ਆਸਾਨੀ ਦੇ ਨਾਲ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਰ ਸਕਣਾ। ਇਹੋ ਹੀ ਚੀਜ਼ ਨੇ ਉਹਨਾਂ ਨੂੰ ਮਜਬੂਰ ਕੀਤਾ ਕਿ ਹੁਣ ਮੈਂ ਆਪਣੇ ਭਰਾ ਨੂੰ ਹੁਕੂਮਤ ਨਹੀਂ ਕਰਨ ਦੇਣੀ, ਹੁਣ ਆਪੇ ਹੀ ਆਉਣਾ ਹੈ। ਤੇ ਮੀਆਂ ਨਵਾਜ਼ ਸ਼ਰੀਫ ਦੀਆਂ ਜਿਹੜੀਆਂ ਤਿਆਰੀਆਂ ਨੇ, ਉਹਨਾਂ ਦੇ ਸਾਥੀਆਂ ਦੇ ਜਿਹੜੇ ਬਿਆਨਾਤ ਨੇ, ਇਹ ਸਾਰੇ ਇਸੇ ਤਨਾਜ਼ਰ ਦੇ ਵਿੱਚ ਹੀ ਸਾਨੂੰ ਨਜ਼ਰ ਆਉਂਦੇ ਨੇ। ਤੇ ਇਹ ਅਸੀਂ ਇੱਕ ਸਵਾਲ ਲੋਕਾਂ ਵਾਸਤੇ ਛੱਡਦੇ ਜਾ ਰਹੇ ਹਾਂ ਕਿ ਇਹਦੇ ਨਾਲ ਬਦਲੇਗਾ ਕੀ। ਪਾਕਿਸਤਾਨ ਦੇ ਕਈ ਚੈਲੰਜ ਨੇ, ਮਾਸ਼ੀ ਬਿਹਤਰੀ ਨਹੀਂ ਹੋ ਪਾ ਰਹੀ, ਸਿਆਸੀ ਇਸਤਹਿਕਾਮ ਨਹੀਂ ਆ ਪਾ ਰਿਹਾ, ਖਿੱਤੇ ਦੇ ਵਿੱਚ ਜਿਹੜੇ ਮੁਲਕ ਨੇ ਉਹਨਾਂ ਦੇ ਨਾਲ ਤੁਹਾਡੇ ਤਾਲੁਕਾਤ ਠੀਕ ਨਹੀਂ ਹੋ ਪਾ ਰਹੇ, ਬੈਨ ਅਲ-ਅਕਵਾਮੀ ਤਾਕਤਾਂ ਤੁਹਾਨੂੰ ਹਾਲੇ ਵੀ ਮਜਬੂਰ ਕਰ ਰਹੀਆਂ, ਐਕਸਪਲੋਇਟ ਕਰ ਰਹੀਆਂ। ਤੇ ਮੀਆਂ ਨਵਾਜ਼ ਸ਼ਰੀਫ ਆਉਣਗੇ ਅਗਰ, ਤੇ ਕੀ ਇਹ ਸਾਰਾ ਕੁਝ ਬਦਲ ਜਾਏਗਾ? ਉਹਨਾਂ ਕੋਲ ਕੋਈ ਐਸੀ ਟੀਮ ਹੈਗੀ? ਕੀ ਕੋਈ ਨਵਾਂ ਬੰਦਾ ਉਹਨਾਂ ਦੇ ਕੋਲ ਹੈਗਾ ਜਿਹੜਾ ਇਸ ਸੂਰਤ ਹਾਲ ਨੂੰ ਬਦਲ ਦੇਗਾ, ਜਿਹੜਾ ਉਹ ਫ਼ਰਕ ਦੱਸੇਗਾ ਕਿ ਹੁਣ ਸ਼ਹਿਬਾਜ਼ ਸ਼ਰੀਫ ਨਹੀਂ, ਮੀਆਂ ਨਵਾਜ਼ ਸ਼ਰੀਫ ਕਾਮਯਾਬ ਹੋ ਗਿਆ? ਤੇ ਇੱਕ ਜਿਹੜੀ ਗੱਲ ਹੈ ਉਹ ਬੜੀ ਅਹਿਮ ਹੈ। ਉਹ ਗੱਲ ਇਹ ਵੇ ਕਿ ਕੀ ਪੰਜਾਬ ਦੇ ਵਿੱਚ ਫਿਰ ਮਰੀਮ ਨਵਾਜ਼ ਵਜ਼ੀਰ ਆਲਾ ਰਹਿਣਗੀਆਂ? ਤੇ ਇਜਾਜ਼ਤ ਦਿਓ ਅਗਲੇ ਵਲੌਗ ਤੱਕ ਇਨਸ਼ਾਅੱਲਾ ਨਵੀਂ ਗੱਲ ਦੇ ਨਾਲ ਅਗਲੇ ਵਾਰ ਹਾਜ਼ਰ ਹੋਵਾਂਗੇ, ਤੇ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਦਿਓ।